हेलो स्टूडेंट्स क्लास 11th बिजनेस स्टडी। ठीक है, ਆਪਾਂ ਬੈਂਕ ਬਾਰੇ ਕੀਤਾ ਸੀ ਕਿ ਬੈਂਕ ਕੀ ਹੁੰਦੀ ਹੈ, ਜਿਹਦੇ ਵਿੱਚ ਆਪਾਂ ਆਪਣੇ ਪੈਸੇ ਵਗੈਰਾ ਸੇਵ ਕਰ ਸਕਦੇ ਹਾਂ ਅਤੇ ਬੈਂਕ ਆਪਾਂ ਨੂੰ ਜਦੋਂ ਲੋੜ ਪੈਣ 'ਤੇ ਅਗਰ ਆਪਾਂ ਨੂੰ ਲੋਨ ਵਗੈਰਾ ਚਾਹੀਦਾ ਉਹ ਵੀ ਪ੍ਰੋਵਾਈਡ ਕਰਦੀ ਆ। ਹੁਣ ਆਪਾਂ ਟਾਈਪਸ ਕਰਨੀਆਂ ਬੈਂਕ ਅਕਾਊਂਟ ਦੀਆਂ। ਬੈਂਕ ਦੀਆਂ ਵੀ ਕੀਤੇ ਸੀ, ਹੁਣ ਬੈਂਕ ਅਕਾਊਂਟ ਹੈ। ਫਸਟ ਆਪਣੇ ਕੋਲ ਕੀ ਹੈ, ਫਿਕਸਡ ਡਿਪੋਜ਼ਿਟ ਅਕਾਊਂਟ। ਇਹ ਕਿਹੜਾ ਡਿਪੋਜ਼ਿਟ ਅਕਾਊਂਟ ਹੁੰਦਾ ਵਾ, ਇਹਨੂੰ ਆਪਾਂ ਟਰਮ ਡਿਪੋਜ਼ਿਟ ਅਕਾਊਂਟ ਵੀ ਬੋਲ ਦਿੰਦੇ ਹਾਂ। ठीक है, टर्म डिपॉजिट अकाउंट किदा बोलते हैं कि एक एवें दा अकाउंट है। फिक्सड डिपॉजिट अकाउंट इंप्लाई दैट द डेफिनिट अमाउंट ऑफ मनी डिपॉजिटेड बाय अ कस्टमर इज़ रीपेबल आफ्टर अ फिक्सड टर्म। ठीक है, देखो फिक्स टर्म तो बाद आपां नूं बैंक बाद चों दिंदा। ਇਹਦੇ 'ਚ ਕੀ ਹੈ, ਇਕੱਠੀ ਅਮਾਊਂਟ ਆਪਾਂ ਮੰਨ ਲਓ ਆਪਣੇ ਕੋਲੇ ਜਿੱਦਾਂ ਆ ਦੇਖੋ ਫੋਰ ਐਗਜ਼ਾਮਪਲ ਆਪਾਂ 50,000 ਆਪਣੇ ਕੋਲੇ ਅਮਾਊਂਟ ਪਈ ਸੀਗੀ, ਜਿਹੜੀ ਆਪਾਂ ਨੂੰ ਨੀਅਰ ਫਿਊਚਰ 'ਚ ਆਪਾਂ ਨੂੰ ਉਹਦੀ ਲੋੜ ਹੀ ਹੈ ਨਹੀਂ ਸੀ ਬਿਲਕੁਲ ਵੀ। ਉਹਨੂੰ ਆਪਾਂ FD ਕਰਵਾਤੀ, ਫਿਕਸਡ ਡਿਪੋਜ਼ਿਟ ਕਰਵਾਤਾ। ਮਤਲਬ ਉਹ ਜਿਹੜੀ ਤੁਸੀਂ ਅਮਾਊਂਟ ਹੈ ਇਕੱਠੀ ਜਮ੍ਹਾਂ ਕਰਵਾਤੀ 1 ਸਾਲ ਲਈ 2 ਸਾਲ ਲਈ ਵੀ, ਉਹਦੇ 'ਤੇ ਬੈਂਕ ਦੀ ਹੁੰਦੀ ਹੈ 5 ਸਾਲ ਤੱਕ ਵੀ ਤੁਸੀਂ ਕਰਵਾ ਸਕਦੇ ਹੋ, ਜਿੰਨੇ ਟਾਈਮ ਤੱਕ ਮਰਜ਼ੀ। ਠੀਕ ਹੈ, ਤਾਂ ਉਹਦੇ 'ਤੇ ਬਾਅਦ ਤੁਹਾਨੂੰ ਜਦੋਂ 5 ਸਾਲ ਮੰਨ ਲਓ 5 ਸਾਲ ਲਈ ਕਰਵਾਈ ਸੀ, 5 ਸਾਲ ਜਦੋਂ ਖਤਮ ਹੋ ਜਾਣਗੇ ਤੁਹਾਨੂੰ ਉਹ ਉਦੋਂ ਅਮਾਊਂਟ ਮਿਲੂਗੀ ਜੋ ਤੁਸੀਂ ਬੈਂਕ ਦੇ ਵਿੱਚ ਕਰਵਾਈ। ਨਾਲੇ ਉਹਦਾ ਜਿਹੜਾ ਰੇਟ ਇੰਟਰਸਟ ਹੁੰਦਾ ਵਾ ਉਹ ਵੀ ਕੀ ਹੁੰਦਾ ਆਪਣਾ ਹਾਈ ਹੁੰਦਾ ਵਾ। ਕੀ ਹੈ, ਬੈਂਕ ਪੇਜ਼ ਹਾਇਰ ਰੇਟ ਆਫ ਇੰਟਰਸਟ। ਫਿਕਸਡ ਡਿਪੋਜ਼ਿਟ ਪਤਾ ਲੱਗ ਗਿਆ, ਮਤਲਬ ਇਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਟਰਮ ਡਿਪੋਜ਼ਿਟ ਵੀ, ਐਂਡ ਇਹਨੂੰ ਸ਼ਾਰਟ ਫਾਰਮ 'ਚ FD ਵੀ ਬੋਲ ਦਿੰਦੇ ਹਾਂ, ਜਿਹਦੇ 'ਚ ਇਕੱਠੀ ਅਮਾਊਂਟ ਕਰਵਾਈ ਜਾਂਦੀ ਹੈ। ਇਹ ਨਹੀਂਗਾ ਕਿ ਆਪਾਂ ਥੋੜ੍ਹੀ ਥੋੜ੍ਹੀ ਸੇਵਿੰਗ ਕਰਵਾਤੀ, ਨਹੀਂ ਥੋੜ੍ਹੀ ਥੋੜ੍ਹੀ ਨਹੀਂ, ਇਹ 'ਚ ਇਕੱਠੀ ਅਮਾਊਂਟ ਹੀ ਕਰਵਾਉਣੀ ਹੁੰਦੀ। ਮੰਨ ਲਓ ਤੁਸੀਂ 10,000 ਹੀ ਚਾਹੇ ਕਰਵਾਇਆ, 10,000 ਜਿਹੜਾ ਤੁਸੀਂ ਕਰਵਾਇਆ ਇਕੱਠੀ ਅਮਾਊਂਟ ਕਰਵਾਈ, ਜੋ ਤੁਸੀਂ ਇਕੱਠੀ ਅਮਾਊਂਟ ਕਰਵਾਈ ਜਿੰਨੇ ਟਾਈਮ ਲਈ ਕਰਵਾਈ ਸੀਗੀ, ਮੰਨ ਲਓ ਤੁਸੀਂ 5 ਸਾਲ ਲਈ ਕਰਵਾਈ ਜਾਂ 2 ਸਾਲ ਲਈ, ਜਦੋਂ ਟਾਈਮ ਪੀਰੀਅਡ ਖਤਮ ਹੋ ਗਿਆ ਤੁਸੀਂ ਉਸ ਤੋਂ ਬਾਅਦ ਹੀ ਉਹ ਪੈਸੇ ਕਢਵਾ ਸਕਦੇ ਹੋ। ਠੀਕ ਹੈ, ਅਤੇ ਇਹਦੇ ਤੋਂ ਤੁਹਾਨੂੰ ਜਿਹੜਾ ਇੰਟਰਸਟ ਹੈ ਉਹ ਵੀ ਜ਼ਿਆਦਾ ਪੇ ਕੀਤਾ ਜਾਂਦਾ ਬੈਂਕ ਵੱਲੋਂ, ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਫਿਕਸਡ ਡਿਪੋਜ਼ਿਟ। ਨੈਕਸਟ ਹੈ ਸੇਵਿੰਗ ਡਿਪੋਜ਼ਿਟ। ਸੇਵਿੰਗ ਡਿਪੋਜ਼ਿਟ ਕਿਸ ਟਾਈਪ ਦੀ ਹੁੰਦੀ ਹੈ, ਸੇਵਿੰਗ ਦਿਸ ਫੈਸਿਲਿਟੀ ਆਫ ਸੇਵਿੰਗ ਬੈਂਕ ਅਕਾਊਂਟ ਇਜ਼ ਪ੍ਰੋਵਾਈਡਡ ਬਾਈ ਬੈਂਕ ਦੁਆਰਾ ਪ੍ਰੋਵਾਈਡ ਕੀਤੀ ਜਾਂਦੀ, ਉਹ ਵੀ ਕਿੰਨਾਂ ਨੂੰ, ਟੂ ਇਨਕਰੇਜ ਦਾ ਹੈਬਿਟ ਆਫ ਸਮੋਲ ਸੇਵਿੰਗ ਅਮੰਗ ਦਾ ਪੀਪਲ, ਕਿ ਲੋਕ ਥੋੜ੍ਹੀ ਥੋੜ੍ਹੀ ਸੇਵਿੰਗ ਕਰ ਸਕਣ। ਇਹ ਤਾਂ ਇਕੱਠੀ ਅਮਾਊਂਟ ਆਪਾਂ ਕਰਵਾ ਲਈ ਸੀ, ਇਹ 'ਚ ਆਪਾਂ ਪੈਸੇ ਕਦੋਂ ਕਢਵਾ ਸਕਦੇ ਹਾਂ, ਸਿਰਫ ਜਦੋਂ ਉਹਦਾ ਟਾਈਮ ਪੀਰੀਅਡ ਖਤਮ ਹੋ ਜਾਊਗਾ ਉਦੋਂ। ਜੇ ਆਪਾਂ 5 ਸਾਲ ਦੀ ਕਰਵਾਈ ਹੈ ਤਾਂ 5 ਸਾਲ ਤੋਂ ਬਾਅਦ ਕਢਵਾਵਾਂਗੇ, ਅਗਰ 2 ਸਾਲ ਦੀ ਕਰਵਾਈ ਹੈ ਤਾਂ 2 ਸਾਲ ਤੋਂ ਬਾਅਦ ਕਢਵਾਵਾਂਗੇ। ਤਾਂ ਸੇਵਿੰਗ ਡਿਪੋਜ਼ਿਟ ਦੇ ਵਿੱਚ ਕੀ ਹੈ, ਤੁਸੀਂ ਜਦੋਂ ਮਰਜ਼ੀ ਪੈਸੇ ਆਪਣੇ ਜਿਹੜਾ ਡਿਪੋਜ਼ਿਟ ਕਰਵਾ ਸਕਦੇ ਹੋ, ਬਟ ਇਹਦੇ ਵਿੱਚ ਇੱਕ ਰਿਸਟ੍ਰਿਕਸ਼ਨ ਹੁੰਦੀ ਹੈ ਕਿ ਜਿਹੜੇ ਤੁਸੀਂ ਪੈਸੇ ਕਢਵਾਉਣੇ ਹੈ ਉਹ ਐਵੇਂ ਨਹੀਂਗਾ ਕਿ ਤੁਸੀਂ ਮਹੀਨੇ ਦੇ ਵਿੱਚ 6-7 ਵਾਰੀ ਕਢਵਾ ਲਏ, ਨਹੀਂ। ਉਹਦੇ ਵਿੱਚ ਕੀ ਹੈ ਰਿਸਟ੍ਰਿਕਸ਼ਨ ਆਪਾਂ ਨੂੰ, ਦ ਵਿਦਡਰਾ ਫਰੋਮ ਦਿਸ ਅਕਾਊਂਟ, ਔਰ ਵਿਦਡਰਾ ਹੁੰਦਾ ਪੈਸੇ ਕਢਵਾਉਣਾ, ਆਰ ਆਲਸੋ ਡਿਸਕਰੇਜਡ ਐਜ਼ ਦਾ ਮਨੀ ਕੈਨ ਨਾਟ ਬੀ ਵਿਦਡਰਾ ਮੋਰ ਦੈਨ ਟਵਾਈਸ ਅ ਵੀਕ। ਮਤਲਬ ਹਫਤੇ ਦੇ ਵਿੱਚ ਆਪਾਂ ਸਿਰਫ ਜਦੋਂ 2 ਵਾਰੀ ਤੋਂ ਵੱਧ ਪੈਸੇ ਆਪਾਂ ਉਹਨੂੰ ਕਢਵਾ ਨਹੀਂ ਸਕਦੇ। ਠੀਕ ਆ, ਉਹਨੂੰ ਕੀ ਬੋਲਦੇ ਆ, ਸੇਵਿੰਗ। ਨਾਲੇ ਇਹਦੇ ਵਿੱਚ ਥੋੜ੍ਹੀ ਥੋੜ੍ਹੀ ਅਮਾਊਂਟ ਸੇਵ ਕਰਵਾਉਂਦੇ, ਮੰਨ ਲਓ 500 ਤੁਸੀਂ ਸੇਵ ਕਰਵਾਤੀ, 1000 ਕਰਵਾਤੀ ਜਾਂ ਇਹਦੋਂ ਥੋੜ੍ਹੀ ਕਰਵਾਤੀ, ਤਾਂ ਇਹਦੇ 'ਤੇ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਤੁਹਾਨੂੰ ਐਜ਼ ਦਾ ਕੰਪੈਰੀਜ਼ਨ ਆਫ ਫਿਕਸਡ ਡਿਪੋਜ਼ਿਟ ਉਹ ਵੀ ਕੀ ਹੋਊਗਾ, ਘੱਟ ਚਾਰਜ ਕੀਤਾ ਜਾਂਦਾ ਵਾ, ਕਿਉਂਕਿ ਆਪਾਂ ਥੋੜ੍ਹੀ ਅਮਾਊਂਟ ਜਮ੍ਹਾਂ ਕਰਵਾਉਣੀ ਨਾ ਉਹਦੇ ਅਕੋਰਡਿੰਗ। ਤਾਂ ਕੀ ਹੈ, ਦ ਰੇਟ ਆਫ ਇੰਟਰਸਟ ਇਜ਼ ਲੋਅਰ ਦੈਨ ਦ ਰੇਟ ਆਫ ਇੰਟਰਸਟ ਐਜ਼ ਕੰਪੈਰੀਜ਼ਨ ਟੂ ਫਿਕਸਡ ਡਿਪੋਜ਼ਿਟ। ਫਿਕਸਡ ਡਿਪੋਜ਼ਿਟ ਨਾਲੋਂ ਇਹ ਜਿਹੜਾ ਤੁਹਾਨੂੰ ਬੈਂਕ ਦੇ ਵਿੱਚ ਜਿਹੜਾ ਇੰਟਰਸਟ ਹੈ ਸੇਵਿੰਗ ਦੇ ਵਿੱਚ ਉਹ ਘੱਟ ਪ੍ਰੋਵਾਈਡ ਹੁੰਦਾ। ਇਹਦੇ 'ਚ ਬਸ ਇਹਦੇ ਵਿੱਚ ਆਪਾਂ ਨੂੰ ਰਿਸਟ੍ਰਿਕਸ਼ਨ ਕੋਈ ਨਹੀਂ ਹੁੰਦੀ, ਕਿਉਂਕਿ ਆਪਾਂ ਸਿਰਫ ਇੱਕ ਵਾਰੀ ਪੈਸੇ ਕਢਵਾਉਣੇ ਜਦੋਂ ਟਾਈਮ ਪੀਰੀਅਡ ਖਤਮ ਹੋ ਗਿਆ। ਇਹ 'ਚ ਰਿਸਟ੍ਰਿਕਸ਼ਨ ਹੁੰਦੀ ਹੈ ਕਿ ਤੁਸੀਂ ਜਿਹੜੇ ਪੈਸੇ ਆ ਹਫਤੇ ਦੇ ਵਿੱਚ 2 ਵਾਰੀ ਤੋਂ ਵੱਧ ਨਹੀਂ ਕਢਵਾ ਸਕਦੇ। ਨੈਕਸਟ ਹੈ ਕਰੰਟ ਅਕਾਊਂਟ। ਕਰੰਟ ਅਕਾਊਂਟ ਐਜ਼ ਅ ਸਿਮਿਲਰ ਸੇਵਿੰਗ ਡਿਪੋਜ਼ਿਟ। ਇਹਦੇ ਵਿੱਚ ਵੀ ਤੁਸੀਂ ਇਹ ਬਿਜ਼ਨਸਮੈਨ ਦੇ ਲਈ ਜ਼ਿਆਦਾ ਯੂਜ਼ਫੁਲ ਮੰਨਿਆ ਜਾਂਦਾ ਵਾ। ਕਿਉਂ ਯੂਜ਼ਫੁਲ ਮੰਨਿਆ ਜਾਂਦਾ ਬਿਜ਼ਨਸਮੈਨ ਦੇ ਲਈ, ਕਿਉਂਕਿ ਜੋ ਤੁਸੀਂ ਸੇਵਿੰਗ ਮੰਨ ਲਓ ਸੇਵਿੰਗ ਡਿਪੋਜ਼ਿਟ ਸੀਗੀ, ਸੇਵਿੰਗ ਦੇ ਵਿੱਚ ਤੁਸੀਂ ਥੋੜ੍ਹੀ ਥੋੜ੍ਹੀ ਅਮਾਊਂਟ ਸੇਵ ਕਰਵਾ ਲਈ ਸੀਗੀ, ਜੇ ਤੁਹਾਨੂੰ ਇੱਕ ਰਿਸਟ੍ਰਿਕਸ਼ਨ ਸੀ ਵਿਦਡਰਾ ਕਰਵਾਉਣ, ਤੁਸੀਂ ਥੋੜ੍ਹੇ ਟਾਈਮ ਲਈ ਕਰਵਾ ਸਕਦੇ। ਪਰ ਇਹਦੇ ਵਿੱਚ ਕੀ ਹੈ, ਆਪਾਂ ਨੂੰ ਇੰਟਰਸਟ ਵੀ ਸੇਵਿੰਗ ਦੇ ਵਿੱਚ ਜ਼ਿਆਦਾ ਮਤਲਬ ਘੱਟ ਲੱਗਦਾ ਵਾ, ਪਰ ਲੱਗਦਾ ਤਾਂ ਹੈ ਨਾ। ਪਰ ਕਰੰਟ ਅਕਾਊਂਟ ਦੇ ਵਿੱਚ ਕੀ ਹੈ, ਤੁਹਾਨੂੰ ਕੋਈ ਇੰਟਰਸਟ ਚਾਰਜ ਨਹੀਂ ਹੋਊਗਾ। ਕਰੰਟ ਅਕਾਊਂਟ ਵੈਰੀ ਯੂਜ਼ਫੁਲ ਕਿੰਨਾ ਲਈ ਹੈ, ਫॉर ਬਿਜ਼ਨਸਮੈਨ। ਦ ਡਿਪੋਜ਼ਿਟ ਔਰ ਵਿਦਡਰਾ ਕੈਨ ਬੀ ਮੇਡ ਐਜ਼ ਮਨੀ ਮੈਨੀ ਟਾਈਮਸ ਐਜ਼ ਵਨ ਵਾਂਟਸ, ਵੀ ਜਿੰਨੇ ਟਾਈਮ ਆਪਾਂ ਚਾਹੁੰਦੇ ਹਾਂ, ਚਾਹੇ ਡਿਪੋਜ਼ਿਟ ਜਿੰਨੇ ਵਾਰੀ ਮਰਜ਼ੀ ਜਮ੍ਹਾਂ ਕਰਵਾ ਸਕਦੇ ਹਾਂ, ਜਿੰਨੇ ਵਾਰੀ ਮਰਜ਼ੀ ਕਢਵਾ ਸਕਦੇ ਹਾਂ। ਉਹ ਕਿਹੜਾ ਹੁੰਦਾ ਅਕਾਊਂਟ, ਕਰੰਟ ਅਕਾਊਂਟ। ਐਂਡ ਦ ਬੈਂਕ ਡੂ ਨਾਟ ਪੇ ਐਨੀ ਇੰਟਰਸਟ। ਇੰਟਰਸਟ ਨੂੰ ਸ਼ਾਰਟ ਫਾਰਮ 'ਚ ਲਿਖਿਆ, ਤੁਸੀਂ ਫੁੱਲ 'ਚ ਲਿਖ ਲਿਓ, ਇੰਟਰਸਟ ਇਨ ਕੇਸ ਆਫ ਕਰੰਟ ਅਕਾਊਂਟ। ਕਰੰਟ ਅਕਾਊਂਟ ਦੇ ਕੇਸ ਵਿੱਚ ਕੋਈ ਵੀ ਆਪਾਂ ਨੂੰ ਬੈਂਕ ਕੀ ਹੈ
पे नहीं करती इंटरस्ट। ये तो सिर्फ एक बिजनेसमैन जिदा हुण अपने कोल इन्ना कैश कैरी तो नहीं कर सकता, अपने नाल तो नहीं रख सकता, तां करके उन्हां लई किहड़ा अकाउंट ओपन किया गया, करंट अकाउंट, ताकि उन्होंने अपनी जी मनी है वो बिल्कुल सेफ रहे, किसी तरह का कोई रिस्क ना हो, जो मर्जी वो अपने पैसे कढ़वा लैन, जो मर्जी पैसे अपने जमा करवा दें। नैक्सट अपने को की है रैकरिंग डिपॉजिट अकाउंट। रैकरिंग की होंगी है कि ਜਿਹੜੇ ਆਪਾਂ बार बार पैसे जमा करवाने उन्होंने बोलते हैं रैकरिंग। रैकरिंग की है, इन रैकरिंग डिपॉजिट अकाउंट है कस्टमर डिपॉजिट है सम अमाउंट ऑफ मनी एवरी मंथ, हर महीने थोड़ी अमाउंट जमा करवाता। जिवें आपां कह देंगे ना कि किश्तां भरनियां होंदियां वा, किश्त मान लो आपां 20,000 तक भरनी सीगी, आपां थोड़ी थोड़ी भरी गए, 1-1 हज़ार डेली भरी गए, जिदा 1,000 या 2,000 जिन्नी भी भरनी सी, मतलब मंथली वाइज भरनी है, इकट्ठी अमाउंट नहीं ये भरी जाती। द रेट ऑफ इंटरस्ट इन केस ऑफ सच अकाउंट इज़ हायर दैन द फिक्सड डिपॉजिट। सेम जिदा आप FD की सी वो अकॉर्डिंग ही आपको रैकरिंग के उपर इंटरस्ट चार्ज होंगे वा, बट ये की है जो आप मान लो डिपॉजिट 1,000 करवाई, ये उपर आपको जिन्ना इंटरस्ट सी वो चार्ज होगा, भी इकट्ठी अमाउंट के उपर नहीं आपको 5 साल तक मिलेगा। इकट्ठी अमाउंट मान लो आप 10,000 की पहला करवाती सी, ठीक है 10,000 की करवाती सी, तो वो आपको जो FD के क्योंकि आप कढ़वाने नहीं गए, आप इकट्ठी अमाउंट एक बार जमा करवा देनी, ये की है थोड़ी थोड़ी अमाउंट आप हर महीने जमा करवानी, उन्होंने की बोलते हैं रैकरिंग। नैक्सट है होम सेफ अकाउंट, मतलब आप घर बैठे ही मतलब ईजीली आप पैसे अपने जोड़े सेव कर सकते हैं। द बैंक गिव स्मॉल सेफ टू डिपॉजिटर विच ही कीप्स विद हिमसेल्फ, मतलब वो अपने को ही रखता वै एंड पुट इन द स्मॉल सेविंग फ्रॉम टाइम टू टाइम वो अपन छोटिया मोटिया जी सेविंग होंगे करता। ये ज़्यादा बेनीफिट हैगी आप बच्चों लिए कह सकते हैं, चिल्ड्रन के लिए, क्योंकि वो अपनी उन्होंने अपना डेली बेसिस से पैसे देते जिदा पॉकेट मनी जिन्होंने बोलते हैं, तो वो अपनी सेविंग वो कर लेंगे हैं। तो जो उन्होंने एक होम सेफ मान लो उन्होंने एक गुल्लक के टाइप के प्रोवाइड किया जाता, तो बैंक को लैके जाते हैं, तो बैंक वो बाद में सारी अमाउंट जिन्नी होंगी है वो मतलब वो गुल्लक के होम सेव अकाउंट के तो उन्होंने एक बैंक में जमा कर लेंगे हैं। नैक्सट अपने को की है एडवांटेज बैंक अकाउंट दियाँ, मनी सेफ रही है क्योंकि आपानू कैश नहीं कैरी करना पैंदा, लोगों की की है हैबिट ऑफ सेविंग बनती है, डेवलपिंग होंगी है क्योंकि आप सेविंग अकाउंट ओपन करवा लें हैं। सिक्योरिंग ऑफ लोन वगैरह आपको ईजीली प्रोवाइड हो जाते हैं। क्रेडिट इन्फॉर्मेशन, मतलब अगर आप किसी बिजनेसमैन होर दी उधार की इन्फॉर्मेशन जानना चाहते हैं वो ईजीली पता लग जाती है। रिमिटेंस फैसिलिटी मीनस आपू डिस्काउंट वगैरह या छूट वगैरह दी जाती है, वो ईजीली यूज़ ऑफ आइडल मनी, आइडल होंगे जो अपने को एक्सट्रा मनी पई है, वाधू फंड पए है, उन्होंने आप काहदे यूज़ कर देंगे बैंक में, क्योंकि बैंक में यूज़ करने नाल उनके आपको की है इंटरस्ट भी चार्ज मिलेगा, घर बैठे तो नहीं हम आपको इंटरस्ट मिल सकता। नैक्सट है इंक्रीज़ इन गुडविल अपनी रैपूटेशन इंक्रीज़ होंगी है, ठीक है। मसलीनियस सर्विस गुडविल रैपूटेशन किया जो अपना अकाउंट बनता पैसे सेव होंगे है, रैपूटेशन ऑटोमैटिकली इंक्रीज़ होनी स्टार्ट हो जाती। मिसलीनियस मतलब आपको लॉकर फैसिलिटी मिल गई या कोई होर अदर फैसिलिटीज़ प्रोवाइड होंगी। नैक्सट वन अपने को लिखी है ई बैंकिंग एंड नैट बैंकिंग। ई बैंकिंग आप जिन्होंने इलैक्ट्रॉनिक बैंकिंग बोल दें हैं, ठीक है। फर्स्ट अपने को आ गया ATM आप ऑटोमैटिक टैलर मशीन बोलते हैं, ये एज आ डैबिट कार्ड के थ्रू ही होंगे, ये आप पैसे कढ़वा सकते हैं, ठीक है, विदड्रॉ करवा सकते हैं। डैबिट कार्ड की होंगे जोड़ा कस्टमर जो भी अपने को पैसे हैगे है वो ओपन करवाया जाता। इन केस अगर अपने को अपने बैंक के 50,000 है तो आप 50,000 तक ही शॉपिंग कर सकते हैं, उस तो बाद आप शॉपिंग नहीं कर सकते। क्रेडिट कार्ड की है आपू बैंक जो एक फैसिलिटी प्रोवाइड करता वा उधार के उपर दिता वा कि अपनी बैंक के नाल नहीं अटैच होंगे, ये बैंक नाल अटैच होंगे, बैंक नाल अटैच नहीं होंगे। मान लो आप किते भी गए आप 1 लाख तक की कर ली, ठीक है, शॉपिंग 1 लाख तक की कर ली, बट आफ्टर 2 मंथ या आप कह दिए थोड़े जे टाइम बाद आपको एक बैंक की है बिल प्रोवाइड करती है, जो बिल प्रोवाइड करती है आपको जी अमाउंट आप शॉपिंग लिए यूज़ की होंगी है, पैसे आप कढ़वाए होंगे हैं, उन्होंने आप वापस करना होंगे वा। नैक्सट है EFT इलैक्ट्रॉनिक फंड ट्रांसफर बोलते हैं कि आप एक बैंक तो दूसरे बैंक तक अगर आप फंड ट्रांसफर करने हैं वो ईजीली करवा सकते हैं, ठीक है। नैक्सट है डिफरेंस बिटवीन FD सेविंग एंड करंट अकाउंट। FD की है जिन्होंने आप फिक्सड बोलते हैं, टर्म डिपॉजिट ये की है इनू आप लंबे टाइम तक फिक्सड करवानी है, जिदा 4 5 ईयर, ठीक है, 1 ईयर 2 ईयर 3 ईयर,
ਸੇਵਿੰਗ ਦੇ ਵਿੱਚ ਕੋਈ ਫਿਕਸ ਪੀਰੀਅਡ ਨਹੀਂ ਹੁੰਦਾ, ਆਪਾਂ ਥੋੜੀ ਅਮਾਊਂਟ ਜਦੋਂ ਮਰਜ਼ੀ ਸੇਵ ਕਰਵਾ ਸਕਦੇ ਹਾਂ। ਤੇ ਕਰੰਟ ਅਕਾਊਂਟ 'ਚ ਤਾਂ ਹੁੰਦਾ ਹੀ ਨਹੀਂ, ਚਾਹੇ ਤੁਸੀਂ ਇੱਕ ਦਿਨ ਦੇ ਵਿੱਚ ਜਿੰਨੀਆਂ ਮਰਜ਼ੀ ਡਿਪੋਜ਼ਿਟ ਕਰਵਾ ਸਕਦੇ ਹੋ, ਜਿੰਨੇ ਵਾਰੀ ਮਰਜ਼ੀ ਕਢਵਾ ਸਕਦੇ ਹੋ। ਫ੍ਰੀਕੁਐਂਸੀ ਆਫ ਡਿਪੋਜ਼ਿਟ ਮਨੀ, ਇਹਦੇ ਵਿੱਚ ਕੀ ਹੈ, ਆਪਾਂ ਸਿਰਫ ਇੱਕ ਵਾਰੀ ਕਰਵਾਉਣੀ ਹੈ। ਮੰਨ ਲਓ ਆਪਾਂ ਇੱਥੇ ਜਿਹੜਾ 5 ਸਾਲ ਲਈ ਕਰਵਾਇਆ ਸੀ, 10,000 ਕਰਵਾਇਆ ਸੀ ਜਾਂ 50,000 ਕਰਵਾਇਆ ਸੀ, ਜਿੰਨਾ ਵੀ ਕਰਵਾਇਆ ਸੀ ਉਹ ਇਕੱਠਾ ਕਰਵਾਇਆ। ਇਹਦੇ ਵਿੱਚ ਕੀ ਹੈ, ਨੋ ਲਿਮਿਟ ਔਨ ਦਾ ਨੰਬਰ ਆਫ ਡਿਪੋਜ਼ਿਟ ਆਫ ਮਨੀ, ਕੋਈ ਲਿਮਿਟ ਨਹੀਂ ਹੁੰਦੀ, ਜਿੰਨੀ ਮਰਜ਼ੀ ਚਾਹੇ ਆਪਾਂ 500 ਕਰਵਾ ਦਈਏ ਚਾਹੇ 200, ਵੀ ਜਿੰਨੀ ਮਰਜ਼ੀ। ਇਹਦੇ 'ਚ ਆਪਣੇ ਕੋਲ ਕੀ ਹੈ, ਮੈਨੀ ਟਾਈਮ ਔਨ ਰਿਸਟ੍ਰਿਕਸ਼ਨਸ, ਵੀ ਆਪਣੇ ਕੋਲ ਆਪਾਂ ਜਿੰਨੇ ਵਾਰੀ ਮਰਜ਼ੀ ਕਰਵਾ ਸਕਦੇ ਹਾਂ। ਨੈਕਸਟ ਹੈ ਵਿਦਡਰੋ, ਇਹ ਸਿਰਫ ਮੈਚਿਓਰਿਟੀ ਤੋਂ ਬਾਅਦ ਹੀ, ਮੈਚਿਓਰਿਟੀ ਮਤਲਬ ਜਦੋਂ ਉਹਦਾ ਟਾਈਮ ਪੀਰੀਅਡ ਖਤਮ ਹੋ ਜਾਂਦਾ। ਮੰਨ ਲਓ 5 ਸਾਲ ਲਈ ਕਰਵਾਇਆ ਸੀ, 5 ਸਾਲ ਦਾ ਲਾਸਟ ਡੇਟ ਸੀਗੀ ਉਦੋਂ। ਨੈਕਸਟ ਇਹਦੇ ਵਿੱਚ ਕੀ ਹੈ, ਨੋ ਮੋਰ ਦੈਨ ਵਿਦਡਰੋ ਵਿਦਇਨ ਅ ਵੀਕ, ਹਫਤੇ 'ਚ ਆਪਾਂ 2 ਵਾਰੀ ਕਢਵਾ ਸਕਦੇ ਹਾਂ, ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ ਵਿਦਡਰੋ ਦੇ ਉੱਪਰ। ਰੇਟ ਆਫ ਇੰਟਰਸਟ, ਐਫਡੀ ਨੂੰ ਬੈਂਕ ਜ਼ਿਆਦਾ ਰੇਟ ਹਾਈ ਪ੍ਰੋਵਾਈਡ ਕਰਦੀ ਹੈ, ਅਤੇ ਜਿਹੜਾ ਆਪਣਾ ਸੇਵਿੰਗ ਬੈਂਕ ਹੈ ਉਹਨੂੰ ਘੱਟ ਸਮਾਲ ਰੇਟ ਆਫ ਇੰਟਰਸਟ ਪ੍ਰੋਵਾਈਡ ਕਰਦੀ ਹੈ। ਐਂਡ ਜੋ ਕਰੰਟ ਅਕਾਊਂਟ ਹੁੰਦਾ ਉਹਨੂੰ ਪੇ ਹੀ ਨਹੀਂ ਕਰਦੀ, 0 ਰੇਟ ਆਫ ਇੰਟਰਸਟ ਹੁੰਦਾ। ਨੈਕਸਟ ਯੂਜ਼ ਆਫ ਚੈੱਕ, ਇਹਦੇ 'ਚ ਕੋਈ ਚੈੱਕ ਨਹੀਂ ਯੂਜ਼ ਹੁੰਦਾ, ਇਹਦੇ 'ਚ ਆਪਾਂ ਚੈੱਕ ਤੇ ਵਿਦਡਰੋ ਕਰ ਸਕਦੇ ਹਾਂ, ਇਹਦੇ 'ਚ ਇਕੱਲੇ ਸਿਰਫ ਆਪਾਂ ਚੈੱਕ ਹੀ ਯੂਜ਼ ਕਰਦੇ ਹਾਂ। ਆਬਜੈਕਟ, ਇਹਦਾ ਮੇਨ ਪਰਪਸ ਕੀ ਹੈ ਐਫਡੀ ਦਾ, ਕਿ ਆਪਾਂ ਇੰਟਰਸਟ ਅਰਨ ਕਰਨਾ, ਕਿਉਂਕਿ ਇਕੱਠੀ ਅਮਾਊਂਟ 'ਤੇ ਆਪਾਂ ਨੂੰ ਜ਼ਿਆਦਾ ਅਮਾਊਂਟ ਦੇ ਵਿੱਚ ਇੰਟਰਸਟ ਮਿਲਦਾ। ਤਾਂ ਸੇਵਿੰਗ ਅਕਾਊਂਟ ਦਾ ਮੇਨ ਆਬਜੈਕਟ ਕੀ ਹੁੰਦਾ ਵਾ, ਕਿ ਲੋਕਾਂ ਦੀ ਜਿਹੜੀ ਹੈਬਿਟ ਆ, ਜਿਵੇਂ ਵੈਸੇ ਹੀ ਖਰਚ ਦਿੰਦੇ ਆ ਪੈਸੇ, ਤਾਂ ਉਹ ਕੀ ਆਪਣੀ ਅਮਾਊਂਟ ਸੇਵ ਕਰ ਸਕਦੇ ਥੋੜ੍ਹੀ। ਨੈਕਸਟ ਹੈ ਆਪਣੇ ਕੋਲੇ ਕਰੰਟ ਅਕਾਊਂਟ ਦੇ ਵਿੱਚ ਇਹ ਪ੍ਰੋਵਾਈਡ ਕਿਹਨੂੰ ਫੈਸਿਲਿਟੀ ਕੀਤੀ ਗਈ ਹੈ, ਬਿਜ਼ਨਸਮੈਨ ਨੂੰ। ਉਹ ਜਦੋਂ ਮਰਜ਼ੀ ਆਪਣੇ ਪੈਸੇ ਜਮ੍ਹਾਂ ਕਰਵਾ ਸਕਦੇ ਆ, ਜਦੋਂ ਮਰਜ਼ੀ ਪੈਸੇ ਆਪਣੇ ਕਢਵਾ ਸਕਦੇ ਆ। ਬਹੁਤ ਇੰਪੋਰਟੈਂਟ ਹੈ ਟੌਪਿਕ ਇਹ। ਐਫਡੀ ਜਿਹਦੇ 'ਚ ਆਪਾਂ ਇਕੱਠੀ ਅਮਾਊਂਟ ਕਰਵਾਉਣੀ ਹੁੰਦੀ ਹੈ, ਹਾਈ ਰੇਟ ਆਫ ਇੰਟਰਸਟ ਮਿਲਦਾ। ਸੇਵਿੰਗ ਜਿਹਦੇ ਵਿੱਚ ਆਪਾਂ ਥੋੜ੍ਹੀ ਅਮਾਊਂਟ ਕਰਵਾਉਣੀ ਹੁੰਦੀ ਹੈ, ਘੱਟ ਰੇਟ ਮਿਲਦਾ ਇੰਟਰਸਟ ਐਜ਼ ਅ ਕੰਪੈਰੀਜ਼ਨ ਟੂ ਐਫਡੀ। ਅਤੇ ਕਰੰਟ ਅਕਾਊਂਟ ਦੇ ਵਿੱਚ ਆਪਾਂ ਜਿੰਨੇ ਵਾਰੀ ਮਰਜ਼ੀ ਪੈਸੇ ਜਮ੍ਹਾਂ ਕਰਵਾ ਸਕਦੇ ਹਾਂ, ਕਢਵਾ ਸਕਦੇ ਹਾਂ, ਅਤੇ ਇਹਤੇ ਕੋਈ ਇੰਟਰਸਟ ਨਹੀਂ ਆਪਾਂ ਨੂੰ ਮਿਲਦਾ। ਅਤੇ ਰੈਕਰਿੰਗ ਆਪਾਂ ਬਾਰ-ਬਾਰ ਕਰਵਾਉਣੀ ਹੁੰਦੀ ਹੈ, ਵੀ ਥੋੜ੍ਹੇ ਮਹੀਨੇ ਬਾਅਦ ਕਰਵਾਤੀ, ਥੋੜ੍ਹੇ ਟਾਈਮ ਬਾਅਦ, ਠੀਕ ਹੈ।